पिछले 2 सालों से नारकीय जीवन जी रहे दीपनगर तथा पार्क एवेन्यू और रंजीत एनक्लेव में रहने वाले लोगों के बुलावे पर ओलंपियन तथा मंत्री प्रगट सिंह जी आज यहाँ पर पधारे। उन्होंने लोगों की व्यथाएं सुनी। उन्होंने कहा कि वो इस बात से काफ़ी शर्मिंदा है तथा यहाँ के लोगों से माफ़ी मांगते हैं कि सड़कें और सीवरेज के काम में ज़रूरत से ज़्यादा देर हो चुकी है। इसके लिए उन्हें खेद है। उन्होंने कहा कि लेकिन अब चिंता ना करें, क्योंकि सभी प्रकार के फंड वो ले आए हैं और प्राथमिकता के आधार पर यहाँ के लोगों का काम शुरू होगा। मेन सड़कें, सीवरेज, लाइट तथा गलियों का में पूरा सुधार देखने को मिलेगा। उन्होंने यहाँ खुद लोगों के साथ चल के गलियों का अवलोकन भी किया। लीजिए एक रिपोर्ट। बड़ा ठंड बड़ी करती भाजी। ਆਹੋ ਠੰਡੀ बड़ी ਕੀਤੀ ਆ ਯਾਰ ਬਾਹਰ। ਆਓ ਕੀਤੀ ਆ ਯਾਰ ਕਰਨਾ ਜੋ ਕਰਨਾ ਤੂੰ ਹੋਰ ਕਰੂੰਗਾ ਠੰਡ ਜਿਹੜਾ ਹੁੰਦਾ ਠੰਡ ਕਾਤੀ ਠੰਡ ਕੇਸ ਕਰਦੇ ਬੱਟੇ ਸਾਰੇ ਨੇ ਰਲ ਕੇ ਜਿਹੜਾ ਹੁੰਦਾ ਉਹ ਕਹਿੰਦਾ ਠੰਡ ਕਾਤੀ ਠੰਡ ਮੈਂ ਕੀਤੀ ਠੰਡ ਮੈਂ ਪੀਏ ਲੱਗਾ ਰੱਬ ਦਾ ਹੈਂ ਮੈਂ ਤੇ ਆਪ ਬੜਾ ਔਖਾ। तो थोड़ा जो लोग काम करने वाले हैं आपके अंडर भी, जो हमारे जैसे लोग हैं आपसे जुड़े हुए भी, हमको भी एक तसल्ली रहती है। जो लोग काम कर रहे होते हैं उनको भी पता होता है कि आप आ रहे हैं, है ना, तो वो उस चीज़ को उस अकॉर्डिंग मेंटेन करके रखते हैं, वरना देयर इज नो मेंटेनेंस। और सच में बोल रही हूँ, हम मतलब एनिमल से ज़्यादा बुरी पानी आऊंगा टाइम करके मैं जाऊंगा नहीं कह के गए उधर करा के मैं करा के पूछो भैन जी नाल दी मैं दोबारा इस गल नूं कह रहा कि मेरे को बिल्कुल पैसे हैगे आ। मेरा काम सीगा पैसे लिया के इन्हां दे टेंडर करा दईए, टेंडर करा के ये बंदे काम करन, पर बंदियां ने विच नलायकीआं कीतीआं आ। विच कई वारी टेंडर दे इत्थों तक भी हुंदा ते इन्हां ने ईवन के एरिया भी डिफाइन नहीं कीता। किते टेंडर जिहड़ियां बेसिक्स आ वो किते अदरवाइज चक के ही ਉਹ ਕਿਸੇ ਸਪੈਸੀਫਿਕੇਸ਼ਨਾਂ ਕਿਸੇ ਪਾਸਿਓਂ ਲੈ ਲਈਆਂ, ਜਿਹਦੇ ਨਾਲ ਇਹ ਨੁਕਸਾਨ ਹੋਇਆ ਹੈਗਾ। ਕਿਉਂਕਿ ਜੇ ਇੰਨੀ ਪਬਲਿਕ ਲਾਈਫ ਦੇ ਵਿੱਚ ਕਦੀ ਆਪਣੇ ਤੇ ਛਿੱਟਾ ਨਹੀਂ ਪੈਣ ਦਿੱਤਾ ਤੇ ਇਹ 11 ਪਿੰਡਾਂ ਦੇ ਵਿੱਚ ਜਿਹੜੀ ਸਮੱਸਿਆ ਆਈ ਹੈਗੀ ਆ, ਉਹ ਮੈਂ ਇਸ ਗੱਲ ਨੂੰ ਪੂਰੀ ਨੂੰ ਸਮਝਦਾ ਕਿ ਹਾਂ ਵੀ ਇਹ ਸਮੱਸਿਆ ਹੈਗੀ। ਲੇਕਿਨ ਇਹ ਆ ਕਿ ਇਹਨੂੰ ਸ਼ੁਰੂ ਤਾਂ ਮੈਂ ਹੁਣੇ ਕਰਾ ਦੂੰਗਾ, ਲੇਕਿਨ ਮੈਂ ਆਈਲ ਮੇਕ ਸ਼ੋਰ ਕਿ ਇਹ 2-3 ਮਹੀਨਿਆਂ ਦੇ ਵਿੱਚ ਜਿਹੋ ਜਿਹਾ ਤੁਸੀਂ ਮਹਿਸੂਸ ਕਰ ਰਹੇ ਆ ਉਹੋ ਜਿਹਾ ਹੀ ਇਹ ਦੀਪਨਗਰ ਹੋਊਗਾ। ਕਿਉਂਕਿ ਇਹ ਨਹੀਂ ਹੈਗਾ ਕਿ ਕਿਉਂਕਿ ਹਰ ਬੰਦੇ ਦਾ ਇੱਕ ਅਧਿਕਾਰ ਹੈ। ਔਰ ਉਹਦੇ ਤੋਂ ਬਾਅਦ ਇੱਥੇ ਜਿਹੜਾ ਵੀ ਤੁਸੀਂ ਕਾਉਂਸਲਰ ਬਣਾਓਗੇ, ਕਿਉਂਕਿ ਹੋਇਆ ਕਿ ਇਹਦੀ ਨੋਟੀਫਿਕੇਸ਼ਨ ਜਦੋਂ ਸ਼ਹਿਰ ਦੀ ਹੋਣੀ ਸੀ ਤਾਂ ਪੰਚਾਇਤ ਨੇ ਆਟੋਮੈਟਿਕਲੀ ਉਹਦੇ ਚੋਂ ਡਿਸਮਿਸ ਹੋ ਜਾਣਾ ਸੀਗਾ। ਕਿਤੇ ਨਾ ਕਿਤੇ ਉਹ ਕੋਆਰਡੀਨੇਸ਼ਨ ਦੀ ਕਮੀ ਵੀ ਰਹੀ ਹੈਗੀ ਆ। ਲੇਕਿਨ ਇਹ ਆ ਕਿ 6-8 ਮਹੀਨਿਆਂ ਤੱਕ ਜਦੋਂ ਦੁਬਾਰਾ ਕਾਰਪੋਰੇਸ਼ਨ ਦਾ ਇਲੈਕਸ਼ਨ ਹੋਣਾ, ਮੈਨੂੰ ਇਹ ਵੀ ਸਮੱਸਿਆ ਆਈ ਹੈਗੀ ਕਿ ਸ਼ਹਿਰ ਵਾਲੇ ਜਾਂ ਕਾਰਪੋਰੇਸ਼ਨ ਵਾਲੇ ਇਹਨੂੰ ਕਾਰਪੋਰੇਸ਼ਨ ਦਾ ਹਿੱਸਾ ਹੀ ਨਹੀਂ ਮੰਨਦੇ। ਉਹ ਕਈ ਵਾਰੀ ਕਹਿੰਦੇ ਜੀ ਇੱਧਰ ਨੂੰ ਚਲੇ ਗਏ, ਜੀ ਇੱਧਰ ਨੂੰ ਚਲੇ ਗਏ, ਕਿਉਂਕਿ ਕਾਉਂਸਲਰ ਹਮੇਸ਼ਾ ਨਾਲ ਟੱਚ ਰਹਿੰਦਾ। ਲੇਕਿਨ ਕਾਉਂਸਲਰ ਨਾ ਹੋਣ ਕਰਕੇ ਤਾਂ ਇਹ ਥੋੜਾ ਜਿਹਾ ਗੈਪ ਇਸ ਗੱਲ ਦਾ ਵੀ ਰਿਹਾ। ਨਹੀਂ ਤਾਂ ਹੋ ਸਕਦਾ ਵੀ ਅਸੀਂ, ਕਿਉਂਕਿ ਇਹ ਜਦੋਂ ਜਾਂਦੇ ਸੀ ਜਿੰਨੇ ਨੁਮਾਇੰਦੇ ਸੀਗੇ ਇਹ ਜਾਂਦੇ ਸੀ, ਇਹਨਾਂ ਨੂੰ ਕਾਰਪੋਰੇਸ਼ਨ ਵਾਲੇ ਐਂਟਰਟੇਨ ਨਹੀਂ ਸੀ ਕਰਦੇ। ਮੈਂ ਇਹਦੇ 'ਚ ਕੋਈ ਦੋ ਰਾਮਾ ਨਹੀਂ ਹੈ। ਔਰ ਮੈਨੂੰ ਪਤਾ ਇਸ ਗੱਲ ਦਾ ਵੀ ਮੈਂ 2-3-4 ਦਿਨਾਂ ਦੇ ਵਿੱਚ ਇਹਨੂੰ ਸ਼ੁਰੂ ਕਰਾਉਣਾ ਤਾਂ ਕਿ ਇਹਨੂੰ ਪ੍ਰੋਪਰਲੀ ਕਰਾ ਕੇ ਜਿਹੜੀਆਂ ਇਹ ਤੁਹਾਡੀਆਂ, ਔਰ ਮੈਂ ਇਹ ਵੀ ਸਮਝਦਾ ਕਿ ਤੁਹਾਡੀ ਪੇਸ਼ੈਂਸ ਬਹੁਤ ਚੰਗੀ ਹੈਗੀ ਆ। ਤੁਹਾਡੀ ਪੇਸ਼ੈਂਸ ਇੰਨੀ ਕੁ ਚੰਗੀ ਹੈਗੀ, ਨਹੀਂ ਤਾਂ ਅਦਰਵਾਈਜ਼ ਕੀ ਹੁੰਦਾ ਇਲੈਕਸ਼ਨ ਦੇ ਸਮੇਂ ਤਾਂ ਖਾਸ ਕਰਕੇ ਲੋਕ ਕਹਿੰਦੇ ਨਾ ਜੀ ਇਹ ਹੁਣ ਸਾਡੇ ਨਹੀਂ ਇੱਦਾਂ ਬਣਨਾ, ਕਿਉਂਕਿ ਇਹ ਸੁਸਾਇਟੀ ਬਹੁਤ ਚੰਗੀ ਸੁਸਾਇਟੀ ਆ। ਮੈਂ ਜਿਹੜੀ ਪਿੰਡਾਂ ਵਾਲੀ ਗੱਲ ਕਰਦਾ ਨਾ, ਪਿੰਡ ਇਹਦੇ ਨਾਲੋਂ ਕਿਤੇ ਬਿਹਤਰ ਆ। ਐਕਚੁਅਲੀ ਹੋਇਆ ਕਿ ਕੋਲੋਨਾਈਜੇਸ਼ਨ ਜਿਹੜੀ ਹੋਈ ਆ ਉਹ ਕੋਈ ਚੰਗੇ ਤਰੀਕੇ ਦੀ ਕੋਲੋਨਾਈਜੇਸ਼ਨ ਨਹੀਂ ਹੋਈ। ਆਪਾਂ ਸੋਚਿਆ ਵੀ ਸ਼ਾਇਦ ਪਲਾਟ ਸਸਤਾ ਮਿਲਦਾ, ਇਹ ਲੈ ਲਈਏ। ਅੱਛਾ, ਕੋਲੋਨਾਈਜ਼ਰ ਕੀ ਸੀਗਾ? ਉਹਦੇ ਕੋਲ ਇੱਕ 4 ਕੁਰਸੀਆਂ ਸੀ, ਇੱਕ ਟੇਬਲ ਸੀਗਾ, ਇੱਕ ਨਕਸ਼ਾ ਸੀਗਾ। ਉਹਨੇ ਨਾ ਤੱਕ ਦੀ ਦੁਨੀਆ ਦੇ ਉੱਤੇ ਕੋਲੋਨਾਈਜੇਸ਼ਨ ਵੀ ਇਦਾਂ ਦੀ ਨਹੀਂ ਹੁੰਦੀ, ਕਿਉਂਕਿ
ਦੁਨੀਆ ਦੇ ਉੱਤੇ ਜਿੱਥੇ ਜਿੱਥੇ ਵੀ ਕੋਲੋਨਾਈਜੇਸ਼ਨ ਹੁੰਦੀ ਉੱਥੇ ਸੜਕ ਸੀਵਰੇਜ ਪਾਣੀ ਤੇ ਲਾਈਟ ਪਾ ਕੇ ਦਿੱਤਾ ਜਾਂਦਾ, ਪਰ ਇੱਥੇ ਅਸੀਂ ਪਹਿਲਾਂ ਮਕਾਨ ਬਣਾਉਨੇ ਆ, ਉਹਦੇ ਤੋਂ ਬਾਅਦ ਜਦੋਂ ਸਾਰਾ ਡਿਵੈਲਪ ਹੋ ਜਾਂਦਾ ਉੱਥੇ ਫਿਰ ਕੋਈ ਨਾ ਕੋਈ ਪੋਲੀਟੀਸ਼ੀਅਨ ਵੋਟਾਂ ਮੰਗਣ ਆਉਂਦਾ, ਉਹ ਕਹਿੰਦੇ ਜੀ ਦੇਖੋ ਸਾਡਾ ਸੜਕ ਹੈ ਨਹੀਂ, ਸਾਡੀ ਸੀਵਰੇਜ ਹੈ ਨਹੀਂ, ਸਾਡਾ ਆਹ ਹੈ ਨਹੀਂ। ਉਹਦੇ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਸ਼ੁਰੂ ਹੁੰਦੀਆਂ, ਜਦ ਕਿ ਦੁਨੀਆ ਦੇ ਉੱਤੇ ਉਲਟਾ ਹੁੰਦਾ, ਉਹ ਪਹਿਲਾਂ ਪਾ ਕੇ ਫਿਰ ਉਹਨੂੰ ਡਿਵੈਲਪ ਕਰਦੇ। ਸੋ ਇਸ ਕਰਕੇ ਇਹ ਕਿਤੇ ਨਾ ਕਿਤੇ ਮਿਸਮੈਚ ਹੋਇਆ ਆ, ਲੇਕਿਨ ਇਹ ਕੋਈ ਰੌਲੇ ਵਾਲੀ ਗੱਲ ਨਹੀਂ ਹੈ ਕਿ ਮੈਂ ਇਹਨੂੰ ਜਿਹੜਾ ਸ਼ੁਰੂ ਹੁਣ ਕਰਵਾ ਦੂੰਗਾ, ਲੇਕਿਨ ਇਹ 3-4 ਚੀਜ਼ਾਂ ਜਿਹੜੀਆਂ ਸੜਕ ਸੀਵਰੇਜ ਪਾਣੀ ਤੇ ਲਾਈਟ ਐਂਡ ਯੂ ਵਿਲ ਫੀਲ ਇਟ ਕਿ 5-6 ਮਹੀਨਿਆਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ, ਕਿਉਂਕਿ ਮੇਜਰ ਪੋਰਸ਼ਨ ਜਿਹੜਾ ਸੀਗਾ ਇਹਦੇ ਵਿੱਚ ਲੀਕੇਜ ਵੀ ਕਿਤੇ ਨਾ ਕਿਤੇ ਹੈਗੀ ਆ। ਜਦੋਂ ਲੀਕੇਜ ਹੁੰਦੀ ਆ ਤਾਂ ਫਿਰ ਉੱਥੇ ਹੋਰ ਖਲਾਰਾ ਪੈ ਜਾਂਦਾ। ਸੋ ਉਹਨੂੰ ਲੀਕੇਜ ਨੂੰ ਵੀ ਪਲੱਗ ਕਰ ਰਹੇ ਆ। ਕਿਤੇ ਇਹ ਜਿਹੜੀਆਂ ਏਜੰਸੀਆਂ ਆਪਸ ਵਿੱਚ ਵੀ ਕੰਮ ਕਰਦੀਆਂ, ਚਾਹੇ ਉਹ ਸੀਵਰੇਜ ਬੋਰਡ ਅਲੱਗ ਕੰਮ ਕਰਦਾ, ਵਾਟਰ ਐਂਡ ਸੈਨੀਟੇਸ਼ਨ ਵਾਲੇ ਅਲੱਗ ਕੰਮ ਕਰਦੇ ਆ, ਕੋਈ ਕਿਸੇ ਦਾ ਹੌਦੀ ਤੋੜ ਜਾਂਦਾ, ਕੋਈ ਕਿਸੇ ਦੀ ਹੌਦੀ ਤੋੜ ਜਾਂਦਾ, ਇਹ ਪ੍ਰੋਬਲਮਾਂ ਹੈਗੀਆਂ। ਲੇਕਿਨ ਇਹ ਆ ਕਿ ਮੈਂ ਇਹਨੂੰ 3-4 ਦਿਨਾਂ ਦੇ ਵਿੱਚ ਸ਼ੁਰੂ ਕਰਾ ਕੇ, ਤਾਂ ਕਿ ਇੱਥੇ ਜਿਹੜੀ ਇਹੋ ਜਿਹੀਆਂ ਸਮੱਸਿਆਵਾਂ, ਔਰ ਜੇ ਮੈਂ ਬਾਹਰ ਵਾਲੀ ਸੜਕ ਨੂੰ ਵੀ ਕਿਹਾ, ਮੈਂ ਕਿਹਾ ਇਹਨੂੰ ਪ੍ਰੋਪਰਲੀ ਮੋਟਰੇਬਲ ਕਰੋ। ਕਹਿੰਦੇ 2-3 ਦਿਨ ਵੀ ਬਾਰਿਸ਼ ਹੈਗੀ ਆ, ਵੀ ਅਸੀਂ ਇਹਨੂੰ ਬਿਲਕੁਲ ਪਿਓਰਲੀ ਮੋਟਰੇਬਲ ਕਰ ਦਿੰਦੇ ਆ, ਤਾਂ ਕਿ ਇਹਨੂੰ ਚੰਗੀ ਕੁਆਲਿਟੀ ਦੀ ਔਰ ਚੰਗੀ ਲਾਈਫ, ਜਿਹੜੀ ਮੈਨੂੰ ਲੱਗਦਾ ਲਾਈਟਾਂ ਵਗੈਰਾ ਲੱਗ ਰਹੀਆਂ ਬਹੁਤ ਮੁਸ਼ਕਿਲ ਹੈ। ਅਸੀਂ ਸਮਝਾਂ ਕਿ ਸੀਵਰੇਜ ਪਾਉਣਾ ਤੇ ਪੱਟਣਾ ਬਹੁਤ ਜ਼ਰੂਰੀ ਸੀ, ਪੱਟ ਲਿਆ ਅਸੀਂ ਸਾਲ ਤੋਂ ਤਕਰੀਬਨ ਇਹ ਨਰਕ ਭੋਗ ਰਹੇ ਹਾਂ। ਅਸੀਂ ਮੇਨ ਰੋਡ ਤੇ ਨਹੀਂ ਜਾ ਸਕਦੇ। ਮੇਰੀ ਬੇਨਤੀ ਹੈ ਇਹਨਾਂ ਨੂੰ, ਇਸ ਇਲਾਕੇ ਵੱਲੋਂ, ਕਿਉਂਕਿ ਕੁਝ ਲੋਕ ਤਾਂ ਕਿ ਮੁੜ ਗਏ, ਕੁਝ ਐਨਆਰਆਈ ਬੈਠੇ ਆਪਣੇ ਵਿੱਚ ਇੱਥੇ, ਉਹ ਮੈਨੂੰ ਬਾਹਰੋਂ ਵੀ ਫੋਨ ਕਰਦੇ ਨੇ ਕਿ ਜੀ ਕੀ ਹੋਇਆ ਆਪਣੇ ਗਲੀਆਂ ਦਾ। ਮੇਰੇ ਕੋਲ ਕੋਈ ਜਵਾਬ ਨਹੀਂ ਹੁੰਦਾ, ਕਿਉਂਕਿ ਜੇ ਮੈਨੂੰ ਤਾਂ ਸਰਪੰਚ ਸੱਤੀ ਜੀ ਕਹਿ ਦਿੰਦੇ ਆ ਕਿ ਬਾਈ ਜੀ ਨਾਲ ਗੱਲ ਹੋ ਗਈ ਆ, ਆਪਾਂ ਹੁਣ ਟੈਲਾ ਸ਼ੁਰੂ ਕਰਨ ਵਾਲੇ ਆ। ਇਹਨਾਂ ਨੇ 4-5 ਵਾਰੀ ਹੋ ਗਏ, ਮੈਂ ਵੀ 4-5 ਵਾਰੀ ਇੱਥੇ ਉਹ ਮੈਸੇਜ ਦੇ ਦਿੱਤਾ ਕਿ 4-5 ਵਾਰ ਮੇਰੀ ਗੱਲ ਹੋ ਗਈ ਆ ਸੱਤੀ ਜੀ ਨਾਲ, ਇੱਥੇ ਟੈਲਾਂ ਪ੍ਰਾਇਓਰਟੀ ਤੇ ਲੱਗਣਗੀਆਂ, ਕਿਉਂਕਿ ਅਸੀਂ ਉਹ ਬੰਦੇ ਆ ਜਿਹੜੇ ਹਰ ਸਮੇਂ ਨਾਲ ਚੱਲਣ ਵਾਲੇ ਆ, ਹਰ ਸਮੇਂ ਨਾਲ ਭੱਜਣ ਵਾਲੇ। ਅਸੀਂ ਵੋਟ, ਦੁੱਖ ਲੱਗੇਗਾ ਕਈ ਬੰਦਿਆਂ ਨੂੰ, ਅਸੀਂ ਵੋਟ ਕਾਂਗਰਸ ਅਕਾਲੀ ਦਲ ਨੂੰ ਨਹੀਂ ਪਾਈ ਸੀ, ਅਸੀਂ ਸਰਦਾਰ ਕਰਪ੍ਰੀਤ ਸਿੰਘ ਨੂੰ ਵੋਟ ਪਾਈ ਸੀ। ਮਿਲ ਗਿਆ ਇਹਨਾਂ ਦੀ ਪਰੇਸ਼ਾਨੀ ਵੀ ਅਸੀਂ ਸਮਝਦੀ, ਜਾਂ ਇਹਨਾਂ ਤੋਂ ਸੁਣਦੀ ਵੀ ਕੀ ਪ੍ਰੋਬਲਮਾਂ ਹੈਗੀਆਂ, ਕਿੰਨਾ ਇਹਨਾਂ ਨੇ ਸਾਡਾ ਸਾਥ ਦਿੱਤਾ। ਹੁਣ 2-4 ਗੱਲਾਂ ਮੇਰੀਆਂ ਹੈਗੀਆਂ, ਉਹ ਮੈਂ ਆਪਣੇ ਉੱਪਰ ਲੈ ਕੇ ਹੀ ਕਰੂੰਗਾ, ਪਰ ਰਿਲੇਟਡ ਸਾਰਿਆਂ ਦੇ ਨਾਲ ਹੀ। ਸਭ ਤੋਂ ਪਹਿਲਾਂ ਤਾਂ ਅਸੀਂ ਆਪਦੇ ਪਿੰਡਾਂ ਤੋਂ ਉੱਠ ਕੇ ਆਏ ਸੀ ਜੀ ਇੱਥੇ, ਕਿਉਂਕਿ ਪਿੰਡਾਂ ਦੇ ਬਹੁਤ ਹੀ ਸਤਿਕਾਰਯੋਗ ਮੇਰੀਆਂ ਮਾਤਾਵਾਂ, ਭੈਣਾਂ, ਬਜ਼ੁਰਗ ਤੇ ਦੋਸਤ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਇਹ ਜਿਹੜੇ 11 ਪਿੰਡਾਂ ਦੇ ਵਿੱਚ ਮੈਂ ਸੀਵਰੇਜ ਦਾ ਪ੍ਰੋਜੈਕਟ ਜਿਹੜਾ ਸ਼ੁਰੂ ਕਰਾਇਆ ਸੀਗਾ, ਉਹਦੇ ਵਿੱਚ ਕਈ ਜਗ੍ਹਾ ਤੇ ਸਮੱਸਿਆਵਾਂ ਆਈਆਂ, ਕਿਉਂਕਿ ਮੈਂ ਪੈਸੇ ਲਗਭਗ 67 ਕਰੋੜ ਰੁਪਈਆ ਇਹਨਾਂ 11 ਪਿੰਡਾਂ ਲਈ ਇਸ ਕਰਕੇ ਲਿਆਂਦਾ ਵੀ ਪਾਣੀ ਦਾ ਨਿਕਾਸ ਨਹੀਂ ਸੀਗਾ। ਕਦੀ ਛੱਪੜ ਬੈਕ ਮਾਰ ਲੱਗ ਪੈਂਦਾ ਸੀ, ਕਦੀ ਕੁਛ ਹੋ ਜਾਂਦਾ ਸੀ, ਆਲੇ ਦੁਆਲੇ ਕੋਲੋਨਾਈਜੇਸ਼ਨ ਹੋ ਗਈ। ਲੇਕਿਨ ਇਧਰਲੇ ਪਾਸੇ ਜਿਹੜੀ ਠੇਕੇਦਾਰਾਂ ਦੀ ਟੀਮ ਆ, ਉਹਦਾ ਕੋਈ ਬਹੁਤਾ ਸੈਟੀਸਫੈਕਟਰੀ ਕੰਮ ਨਹੀਂ ਸੀਗਾ, ਔਰ ਮੈਂ ਉਹਦੇ ਲਈ ਮਾਫੀ ਵੀ ਚਾਹੁੰਦਾ ਕਿ ਇਹਦੇ ਲਈ ਆਪਾਂ ਲੇਟ ਹੋਏ ਆ। 6 ਮਹੀਨੇ 8 ਮਹੀਨੇ ਮੈਂ ਲੇਟ ਹੋਇਆ ਉਹਦੇ ਵਿੱਚ, ਕਿਉਂਕਿ ਮੈਂ ਇਹ ਵੀ ਸਮਝ ਸਕਦਾ ਵੀ ਮੈਂ ਕਹਿ ਦਵਾਂ ਜੀ ਇਦਾਂ ਹੋ ਗਿਆ ਜੀ ਇਦਾਂ ਹੋਇਆ, ਕਿਤੇ ਨਾ ਕਿਤੇ ਨਲਾਇਕੀ ਹੋਈ ਆ, ਕਿਤੇ ਨਾ ਕਿਤੇ ਗਲਤੀ ਹੋਈ ਆ। ਲੇਕਿਨ ਮੈਂ ਇੱਕ ਅੱਧੇ ਦਿਨ ਦੇ ਵਿੱਚ ਕਿਉਂਕਿ ਇਸ ਗੱਲ ਨੂੰ ਮੈਂ ਸਾਰੇ ਪੈਸੇ ਲੈ ਆਂਦੇ, ਈਵਨ ਸੜਕਾਂ ਦੇ ਵੀ ਲੈ ਆਂਦੇ, ਸੀਵਰੇਜ ਦੇ ਲੈ ਆਂਦੇ, ਤੇ ਨਾਲ ਈਵਨ ਵਾਟਰ ਸਪਲਾਈ ਦੇ ਲੈ ਆਂਦੇ, ਤੇ ਲਾਈਟਾਂ ਜਿਹੜੀਆਂ, ਕਿਉਂਕਿ ਮੈਨੂੰ ਇਦਾਂ ਹੈਗਾ ਕਿ ਸੜਕ, ਸੀਵਰੇਜ, ਪਾਣੀ ਤੇ ਲਾਈਟ, ਇਹ 4 ਚੀਜ਼ਾਂ ਜਿਹੜੀਆਂ ਹਰ ਸਿਟੀਜ਼ਨ ਨੂੰ ਚਾਹੀਦੀਆਂ। ਔਰ ਜਿਹੜਾ ਪਾਣੀ ਆ ਉਹ ਇਸ ਕਰਕੇ ਰੋਕ ਲਿਆ ਸੀ ਵੀ 35 ਕਰੋੜ ਰੁਪਏ ਦੇ ਟੈਂਡਰ ਵੀ ਹੋਏ ਆ, ਲੇਕਿਨ ਮੈਂ ਕਿਹਾ ਵੀ ਇਹ ਹੋਰ ਪੱਟਿਆ ਜਾਣਾ ਤੇ ਇਹਨੂੰ ਜਿਹੜਾ ਹੋਰ ਨਾ ਪੱਟੀਏ, ਤਾਂ ਕਿ ਇਹ ਜਿਹੜਾ ਪਾਣੀ ਆ ਉਹ ਤਾਂ ਬੇਸਿਕਲੀ ਛੋਟੀ ਪਾਈਪ ਜਿਹੜੀ ਉਹ ਦੁਆਰਾ ਪੈ ਜਾਵੇ। ਲੇਕਿਨ ਆ ਜਿਹੜੀ ਇੰਟਰਲੌਕ ਹੈ, ਇਹਨੂੰ ਬੇਸਿਕਲੀ ਮੈਂ ਸਵੇਰੇ ਹੀ ਠੇਕੇਦਾਰ ਨੂੰ ਸੱਦੂਗਾ। ਮੈਨੂੰ ਲੱਗਦਾ 1-2 ਦਿਨਾਂ 'ਚ ਮੈਂ ਸ਼ੁਰੂ ਕਰਵਾ ਲੂੰਗਾ, ਤਾਂ ਕਿ ਮੈਂ ਸਮਝਦਾ ਕਿ ਜਦੋਂ ਵੀ ਮੀਂਹ ਪੈਂਦਾ
ਜਦੋਂ ਵੀ ਇਹ ਪੱਟ ਹੋਇਆ ਹੁੰਦਾ ਤੇ ਮੀਂਹ ਕਿਤੇ ਨਾ ਕਿਤੇ ਪਈ ਗਿਆ ਜਾਂ ਹੋਰ ਵੀ ਆਉਣ ਵਾਲੇ ਦਿਨਾਂ 'ਚ ਵੀ ਪਊਗਾ, ਇਹ ਆਪਾਂ ਕਿਹੜੀ ਕੋਈ ਚੀਜ਼ ਰੋਕ ਸਕਦੇ ਹਾਂ। ਸੋ ਇਹ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਸਾਰੇ ਜਣੇ, ਗੱਲ ਥੋੜੇ ਦਿਨਾਂ ਦੀ ਹੈਗੀ ਆ, ਮੈਂ ਸਮਝਦਾ ਕਿ ਇਹ ਤੁਹਾਡੇ ਲਈ ਬਹੁਤ ਵੱਡੀ ਇਨਕਨਵੀਨੀਅੰਸ ਹੈਗੀ ਆ, ਕਿਉਂਕਿ ਕੋਈ ਸਲਿੱਪ ਹੋ ਗਿਆ, ਗਾਰੇ ਤੋਂ ਸਲਿੱਪ ਹੋ ਗਿਆ, ਚਾਂਦਰਾਂ 'ਚ ਵੜ ਨਹੀਂ ਸਕਦੇ ਕਿਉਂਕਿ ਪੈਰ ਸਾਰੇ ਗਾਰੇ ਨਾਲ ਲਿਬੜ ਜਾਂਦੇ ਆ। ਸੋ ਮੈਂ ਤਾਂ ਇੰਨੀ ਕਿ ਤੁਹਾਨੂੰ ਬੇਨਤੀ ਕਰਦਾ ਵੀ 2 4 5 ਦਿਨਾਂ ਦੇ ਵਿੱਚ ਮੈਂ ਇਹਨੂੰ ਜਿੱਥੇ ਵੀ ਜੋ ਕਰਨ ਵਾਲਾ ਹੋਊਗਾ ਉਹਨੂੰ ਕਰਵਾ ਲੈਂਦੇ ਆ, ਕਿਉਂਕਿ ਟੀਮਾਂ ਜ਼ਰੂਰ ਲੱਗੀਆਂ ਸੀਗੀਆਂ, ਕਿਉਂਕਿ 11 ਪਿੰਡਾਂ ਦੀ ਗੱਲ ਹੀ ਆ ਤੇ ਕੁਝ ਕੁ ਟੀਮਾਂ ਜਿਹੜੀਆਂ ਉਹ ਖਾਬਰੇ ਵੀ ਲੱਗੀ ਹੈਗੀ ਆ, ਇੱਕ ਦੀ ਟੀਮ ਜਿਹੜੀ ਅਲੀਪੁਰ ਵੀ ਲੱਗੀ ਆ, ਲਗਭਗ ਇਹੋ ਜਿਹੇ ਹੀ ਹਾਲਾਤ ਆ ਇਹਨਾਂ 11 ਪਿੰਡਾਂ। ਚਲੋ ਜਿੱਥੇ ਵੀ, ਕਿਉਂਕਿ 3-4 ਟੀਮਾਂ ਹੈਗੀਆਂ ਉਹ 3-4 ਜਗ੍ਹਾ ਤੇ ਲੱਗੀਆਂ ਆ, ਲੇਕਿਨ ਇਹ ਇੱਕ ਅੱਧੀ ਟੀਮ ਮੈਂ ਇੱਥੇ ਲਾ ਦਿੰਦਾ ਕਿ ਤਾਂ ਕਿ ਜਿਹੜਾ ਆ ਇਹਦੀ ਐਗਜ਼ੀਕਿਊਸ਼ਨ ਜਿਹੜੀ ਉਹ ਬਹੁਤ ਮਿਹਰਬਾਨੀ। ਸੋ ਕਿਉਂਕਿ ਤੁਸੀਂ ਹਮੇਸ਼ਾ ਮੇਰੇ ਨਾਲ ਖੜੇ ਹੋ, ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਖੜੇ ਆ, ਉਹਦੇ ਲਈ ਮੈਂ, ਕਿਉਂਕਿ ਮੇਰਾ ਤਾਂ ਸਿਰਫ ਇੰਨਾ ਹੀ ਸੀਗਾ ਕਿ ਯਾਰ ਇਹ 4 ਚੀਜ਼ਾਂ ਜਿਹੜੀਆਂ ਇਹ ਹਰ ਉਸ ਲੋਕੈਲਿਟੀ 'ਚ ਹੋਣੀਆਂ ਚਾਹੀਦੀਆਂ। ਇਹ ਠੀਕ ਆ ਵੀ ਇਲੀਗਲ ਕਲੋਨੀਆਂ ਵੀ ਬਣੀਆਂ, ਕਈ ਕੁਝ ਹੋਇਆ, ਲੇਕਿਨ ਇਹ ਕੋਈ ਐਕਸਕਿਊਜ਼ ਨਹੀਂ ਹੈਗਾ। ਇਹਨੂੰ ਸ਼ਹਿਰ ਦੇ ਵਿੱਚ ਲਿਆਉਣ ਦਾ ਮਕਸਦ ਵੀ ਇਹੀ ਸੀਗਾ, ਕਿਉਂਕਿ ਸ਼ਹਿਰ ਦੇ ਵਿੱਚ ਲਿਆਂਦਾ ਹੀ ਇਸੇ ਕਰਕੇ ਗਿਆ ਸੀ ਵੀ ਤਾਂ ਕਿ ਇਹ ਜਿਹੜੀ ਇਹਦੀ ਡਿਵੈਲਪਮੈਂਟ ਹੋ ਸਕੇ। ਸੋ ਉਹਦੇ ਵਿੱਚ ਅਸੀਂ ਲੇਟ ਹੋਏ ਆ। ਮੈਂ ਇਹਦੀ ਗੱਲ ਓਪਨਲੀ ਐਡਮਿਟ ਕਰਦਾ ਕਿ ਇਹ ਜਿਹੜਾ 6-8 ਮਹੀਨੇ ਦਾ ਸਮਾਂ ਸੀ, ਕਿਉਂਕਿ ਮੇਰਾ ਵੀ ਕਦੀ ਇਹ ਦਿਲ ਨਹੀਂ ਸੀ ਕਰਦਾ ਕਿ ਮੈਂ ਕੋਈ ਇਹੋ ਜਿਹਾ ਪ੍ਰੋਜੈਕਟ ਲੈ ਆਵਾਂ ਜਿਹਦੇ ਨਾਲ ਮੈਂ ਕਿਤੇ ਸਿਟੀਜ਼ਨ, ਕਿਉਂਕਿ ਸਿਟੀਜ਼ਨ ਨਾਰਾਜ਼ ਹੋ ਗਏ ਤੇ ਕੱਲ ਨੂੰ ਇਲੈਕਸ਼ਨ ਵੀ ਆ, ਕਿਉਂਕਿ ਮੈਂ ਵੀ ਇਸ ਗੱਲ ਨੂੰ ਤਾਂ ਆਪਾਂ ਸਾਰੇ ਇੱਕ ਦੂਸਰੇ ਨੂੰ ਸਮਝਦੇ ਆ ਵੀ ਮੇਰਾ ਇੱਥੋਂ ਤੱਕ ਸੀ ਕਿ ਹਾਂ ਵੀ ਇਹ ਸਾਡਾ ਅਗਸਤ ਸੈਪਟੰਬਰ ਤੱਕ ਕੰਪਲੀਟ ਹੋ ਜਾਊਗਾ ਤੇ ਜਦੋਂ ਮੈਂ ਫਿਰ ਆਮ ਲੋਕਾਂ 'ਚ ਜਾਊਂਗਾ, ਕਿਉਂਕਿ ਅਲਟੀਮੇਟਲੀ ਹੋਰ ਕੋਈ ਇਹਨਾਂ ਲੋਕਾਂ ਦੀ ਜਾਂ ਇਹਨਾਂ ਲੋਕੈਲਿਟੀਜ਼ ਦੀ ਕੋਈ ਸਮੱਸਿਆ ਨਹੀਂ ਹੈਗੀ। ਸੋ ਇਸ ਲੋਕੈਲਿਟੀ ਦੀ ਸਮੱਸਿਆ ਹੀ ਇਹ ਆ ਵੀ ਆ 4 ਚੀਜ਼ਾਂ ਜਿਹੜੀਆਂ ਇਹ ਹੋ ਜਾਣ, ਲੇਕਿਨ ਇੰਨਾ ਜ਼ਰੂਰ ਹੈਗਾ ਵੀ ਇਹਦੇ ਲਈ ਮੇਰੇ ਕੋਲ ਪੈਸੇ ਵੀ ਹੈਗੇ ਆ, ਇਹਦੇ ਲਈ ਸਾਰਾ ਸਿਸਟਮ ਵੀ ਇਨ ਪਲੇਸ ਆ, ਲੇਕਿਨ ਸਿਸਟਮ ਨੇ ਐਗਜ਼ੀਕਿਊਟ ਉਹਦੇ ਲਈ ਜਿਹੜਾ ਹੈਗਾ ਮੈਂ ਤੁਹਾਨੂੰ 2-4 ਦਿਨਾਂ ਦੇ ਵਿੱਚ ਐਗਜ਼ੀਕਿਊਟ ਕਰਾ ਦਿੰਦਾ, ਤਾਂ ਕਿ ਇਹ ਜਿਹੜੀ ਤੁਹਾਡੀ ਰੋਜ਼ ਦੀ ਸਮੱਸਿਆ ਹੈਗੀ ਆ, ਜਿਹੜੀ ਇੱਕ ਘਰ ਬਣਨ ਵਾਲੀ ਵੀ ਜਿਹੜੀ ਔਖਿਆਈ ਹੈਗੀ ਆ, ਬਜ਼ੁਰਗ ਹੈ, ਕੋਈ ਸਲਿੱਪ ਹੁੰਦਾ, ਕੋਈ ਕੁਛ ਹੁੰਦਾ, ਤੇ ਉਹਨਾਂ ਨੂੰ ਇਹਦੇ ਤੋਂ ਜਿਹੜੀ ਆ ਨਿਜਾਤ ਦਵਾਈ ਸਕੇ। ਸੋ ਮੈਂ ਤਾਂ ਇੰਨੀ ਕੁ ਬੇਨਤੀ ਕਰਨੀ ਆ, ਔਰ ਮੈਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਇਹ ਜਿਹੜੀ ਇਨਕਨਵੀਨੀਅੰਸ ਹੋਈ ਆ ਉਹਦੇ ਲਈ ਮਾਫੀ ਵੀ ਚਾਹੁੰਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ। ਲੇਕਿਨ ਇਹ ਜਿਹੜਾ, ਕਿਉਂਕਿ ਕਈ ਵਾਰੀ ਇਹੋ ਜਿਹੇ ਠੇਕੇਦਾਰ ਵਿੱਚ ਆ ਜਾਂਦੇ ਆ, ਇਹੋ ਜਿਹੀਆਂ ਕੰਪਨੀਆਂ ਵਿੱਚ ਆ ਜਾਂਦੀਆਂ ਜਿਹੜੀਆਂ ਕਿ ਤੁਹਾਡੇ ਕੰਟਰੋਲ ਦੇ ਵਿੱਚ ਨਹੀਂ ਰਹਿੰਦੀਆਂ, ਕਿਉਂਕਿ ਮੈਂ ਕਦੀ ਅਦਰਵਾਈਜ਼ ਇੰਟਰਫੇਅਰ ਨਹੀਂ ਕਰਦਾ ਵੀ ਯਾਰ ਤੁਸੀਂ ਆਪਣਾ ਕੰਮ ਕਰੋ, ਤੁਸੀਂ ਪੈਸੇ ਲਾਓ ਤੇ ਤੁਸੀਂ ਗਾਂਹ ਤੁਰੋ, ਲੇਕਿਨ ਇਹ ਅਨਫੋਰਚੂਨੇਟਲੀ ਹੋਇਆ ਹੈਗਾ। ਸੋ ਮੈਂ ਤੁਹਾਡਾ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਕਰਦਾ, ਕਿਉਂਕਿ ਮੈਨੂੰ ਪਤਾ ਇਹ ਵੀ ਆ ਵੀ ਆਪਾਂ 7 से there is no development, not even a single light. This is the biggest concern of us. हम लोग देखो, मैं आपको बताऊं, आज हम सब आपसे रिक्वेस्ट कर रहे हैं